से ना ये प्री इन्फॉर्म से इनको पता था कि मतलब ये सब कुछ होना है और उसी का पूरा देखो साथ दे रहे हो, उसको कैसे लेके जाएंगे। अमृतसर के पौष इलाके रंजीत एवेन्यू में बीती 26 और 27 मार्च की रात दो गुटों के दरमियान चली गोलियों को लेकर मामला एक बार फिर गरमाया। पुलिस पर एक तरफा कार्रवाई के आरोप। रंजीत एवेन्यू में घटित इस घटना में पुलिस की ओर से ढींगरा परिवार के पीएसओ जयमल सिंह और हरदेव सिंह पर धारा 307 के तहत दर्ज किए गए पर्चे के खिलाफ नेशनल वेटरन ऑर्गेनाइजेशन और पीएसओ यूनियन की ओर से गुरु नानक देव हॉस्पिटल के प्रांगण में रोष प्रदर्शन किया गया। इस दौरान हरदेव सिंह और जयमल सिंह के परिजनों और यूनियन नेताओं ने मांग की कि 307 के तहत दर्ज पर्चा तथ्यों से परे है, जिसे रद्द किया जाए, अन्यथा तीखा संघर्ष करने की चेतावनी दी गई। उधर इस मामले में पुलिस थाना रंजीत एवेन्यू के इंचार्ज वारिस मसीह ने कहा कि पुलिस निष्पक्ष कार्रवाई कर रही है। दोनों गुटों पर क्रॉस पर्चा दर्ज किया गया है। हरदेव सिंह के बयान होने हैं, यदि उसे भी गोली लगने की डॉक्टर की ओपिनियन आती है तो जुर्म में बढ़ोतरी की जाएगी। जसवीर कौर मलके ब्रदर हरदेव सिंह ड्यूटी ते सी सिक्योरिटी गार्ड की ड्यूटी करते सी ते इन्हां बल्कि इन्हां दे ड्यूटी करते सी बल्कि गेट तो होया जो भी होया गेट खोलण तो होया वा इन्हां ने कहा सी कि गेट खोलो गेट खोलण तो होया बल्कि उन्होंने कहा सी असीं नहीं खोलना गेट। फिर बाद विच उन्होंने इन्हां दे उपर बल्कि हमला किया। बाद विच उन्होंने कुੱਟਮਾਰ भी बहुत की है, इट रोड़े नाल भी कुੱਟਿਆ वा, सिर चिट्टां भी मारियां होईयां है ते बाद विच उन्होंने गोली भी चलाई आ ते गोली भी पट विच लगी हुई आ। ਜਿਹਦੇ ਗੋਲੀ ਲੱਗੀ ਦਾ ਕੀ ਨਾਮ ਹੈ? हरदेव सिंह ਕੀ ਲੱਗਦੇ ਤੁਹਾਡੇ? मेरे ब्रदर आ। हाँ जी ਸਿਕਿਉਰਿਟੀ ਗਾਰਡ ਦਾ ਕੰਮ सिक्योरिटी। हाँ जी ਤੇ ਉਹਨਾਂ ਦੇ ਕਿੱਥੇ ਵੱਜੀ ਲੱਗੀ ਹੈ ਗੋਲੀ? गोली पट विच लगी है, ਤੇ ਹੁਣ ਤੁਸੀਂ ਆਰ-ਪਾਰ ਹੋਈ ਆ। गोली आर पार हो गई है। ਨਹੀਂ ਤੁਹਾਨੂੰ ਇੱਥੇ ਕਿਉਂ ਬਹਿਣ ਦੀ ਲੋੜ ਪਈ ਹੈ ਜੀ? ਤੁਸੀਂ ਸਾਨੂੰ ਬਹਿਣ ਦੀ ਲੋੜ ਇਸ ਕਰਕੇ ਪਈ ਹੈ ਕਿਉਂਕਿ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ, ਸਾਡੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੀ ਸੁਣਵਾਈ ਹੋ ਰਹੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਗੋਲੀ ਵੱਜੀ ਸਾਡੇ ਬੰਦੇ ਤੇ ਪਰਚਾ ਹੋਇਆ ਵਾ। ਹਾਂਜੀ ਸਾਡੀ ਸਾਡੀ ਗੋਲੀ ਲੱਗੀ ਹੈ ਤੇ ਪਰਚਾ ਕੀਤਾ ਗਿਆ ਹੈ, ਉਹਨਾਂ ਦੇ ਉੱਤੇ ਕੋਈ ਪਰਚਾ ਨਹੀਂ। ਪਰਚਾ ਕਿੰਨੇ ਦੇ ਆ? ਪਰਚਾ ਹਰਦੇਵ ਸਿੰਘ ਤੇ ਕਿੰਨੇ ਜਾਣੇ ਸੀ ਇਹ ਦੋ ਜਾਣੇ ਸੀ ਤੇ ਦੂਸਰਾ ਜਿਹੜਾ ਜੀ ਜੈਮਲ ਸਿੰਘ ਦੂਸਰਾ ਜੈਮਲ ਸਿੰਘ ਤੇ ਉਹਨਾਂ ਨੂੰ ਮਤਲਬ ਕਿ ਜੇਲ੍ਹ ਦੇ ਵਿੱਚ ਕਰ ਦਿੱਤਾ ਗਿਆ ਹੈ। ਪਰਚਾ ਉਹਨਾਂ ਤੇ ਹੋਇਆ ਹੈ, ਉਹਨਾਂ ਨੂੰ ਇੱਕ ਦਿਨ ਵਾਸਤੇ ਇੱਕ ਦਿਨ ਦੇ ਵਿੱਚ ਹੀ ਉਹਨਾਂ ਰਾਤੋਂ ਰਾਤ ਜੇਲ੍ਹ ਭੇਜਿਆ ਗਿਆ ਹੈ ਕਿ ਉਹਨਾਂ ਉੱਥੇ 307 ਦਾ ਪਰਚਾ ਹੋਇਆ ਹੈ। ਤੁਹਾਡੇ ਵੱਲੋਂ ਜਿਹੜਾ ਉੱਥੇ ਕੰਪਲੇਂਟ ਕੀਤੀ ਹੈ ਤੁਹਾਡੇ ਵੱਲੋਂ ਕੋਈ ਨਹੀਂ ਪਰਚਾ ਉਹਨਾਂ ਤੇ ਦਿੱਤਾ ਗਿਆ? ਕੋਈ ਮਤਲਬ ਕਿ ਕੋਈ ਨਹੀਂ ਸੁਣਵਾਈ ਨਹੀਂ ਹੋ ਰਹੀ ਸਾਡੀ, ਉਹਨਾਂ ਦੇ ਉੱਪਰ 23 ਲੱਗ ਗਈ। ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ? ਪੁਲਿਸ ਵੱਲੋਂ ਸਿੰਘ ਦਾ ਬਿਆਨ ਹੈ ਵੀ ਉਹਦੇ ਨਾਲ ਦਾ ਕੋਈ ਗੋਲੀ ਨਹੀਂ ਚੱਲੀ ਕਿਸੇ ਚ ਫਿਰ ਵੀ 307 ਹਾਂਜੀ ਕਿਉਂਕਿ ਗੋਲੀ ਇੱਧਰ ਕੋਈ ਨਹੀਂ ਚੱਲੀ ਤਾਂ ਵੀ ਮਤਲਬ ਕਿ ਪਰਚਾ ਕੀਤਾ ਗਿਆ ਹੈ। ਨਹੀਂ ਤੁਹਾਨੂੰ ਖਦਸ਼ਾ ਹੈ ਬਈ ਇਹਨੂੰ ਵੀ ਜਬਰੀ ਛੁੱਟੀ ਦੇ ਕੇ ਜੇਲ੍ਹ ਭੇਜਿਆ ਸਕਦਾ? ਹਾਂਜੀ ਸਾਨੂੰ ਕਹਿ ਰਹੇ ਆ, ਸਾਨੂੰ ਕਹਿ ਰਹੇ ਆ, ਕਹਿੰਦੇ ਕਿ ਮਤਲਬ ਕਿ ਉਹਨਾਂ ਦੀ ਤਾਈਓ ਤਾਂ ਮਤਲਬ ਕਿ ਪੁਲਿਸ ਦਿੱਤੀ ਹੋਈ ਹੈ ਕਿ ਜਦੋਂ ਹੀ ਇਹਨਾਂ ਨੂੰ ਕੋਈ ਛੁੱਟੀ ਦਿੱਤੀ ਜਾਊਗੀ ਤੇ ਆਪਾਂ ਉਹਨੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਵਾਂਗੇ। ਕੀ ਸੋਚਦੇ ਧੱਕਾ ਹੋਇਆ? ਸਾਨੂੰ ਸਾਡੇ ਨਾਲ ਧੱਕਾ ਹੋਇਆ, ਬਹੁਤ ਵੱਡਾ ਧੱਕਾ ਹੋਇਆ। ਤੁਸੀਂ ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਹਾਂ ਕਿ ਮਤਲਬ ਕਿ ਸਾਨੂੰ ਇਨਸਾਫ ਦੀ ਲੋੜ ਹੈ, ਇਨਸਾਫ ਦਿੱਤਾ ਜਾਵੇ ਤੇ ਇੱਥੇ ਕੋਈ ਇਨਸਾਫ ਜਿਹੜਾ ਮਤਲਬ ਕਿ ਇਹਨਾਂ ਨੇ ਪਰਚਾ ਰੱਦ ਕੀਤਾ ਜਾਵੇ। ਜੈਮਲ ਸਿੰਘ ਦਾ ਪਰਚਾ ਰੱਦ ਕੀਤਾ ਜਾਵੇ, ਹਰਦੇਵ ਸਿੰਘ ਦਾ ਵੀ ਰੱਦ ਕੀਤਾ ਜਾਵੇ। ਮਤਲਬ ਕਿ ਤੁਹਾਡੇ ਵੱਲੋਂ ਕੋਈ ਗੋਲੀ ਨਹੀਂ ਚੱਲੀ ਜੀ? ਸਾਡੇ ਵੱਲੋਂ ਗੋਲੀ ਨਹੀਂ ਚੱਲੀ ਕੋਈ ਵੀ, ਉਹਨਾਂ ਵੱਲੋਂ ਚੱਲੀ? ਉਹਨਾਂ ਵੱਲੋਂ ਗੋਲੀ ਚੱਲੀ ਹੈ, ਪੱਟ ਤੇ ਲੱਗੀ? ਪੱਟ ਤੇ ਗੋਲੀ ਲੱਗੀ ਹੋਈ ਹੈ ਦੂਸਰਾ ਹਰਦੇਵ ਸਿੰਘ ਹੈਗਾ ਜਿਹੜਾ ਨਾਲ ਜੈਮਲ ਸਿੰਘ ਜਿਹਦੇ ਅੰਦਰ ਕੀਤਾ ਗਿਆ ਉਹਦੇ ਵੀ ਕਿਉਂਕਿ ਇਹਨਾਂ ਦੀ ਗੋਲੀ ਪਿਸਟਲ ਖੋ ਕੇ ਬਲਕਿ ਇਹਨਾਂ ਗੋਲੀ ਚਲਾਈ ਗਈ ਹੈ। ਕਹਿੰਦੇ ਇਹਨਾਂ ਦੀ ਜਾਨ ਨੂੰ ਖਤਰਾ ਵਾ, ਇਹਨਾਂ ਦੇ ਰਿਵਾਲਵਰ 'ਚ ਕੋਈ ਗੋਲੀ ਨਹੀਂ ਚੱਲੀ ਹੋਈ ਤੇ ਸਾਡੇ ਤੇ ਟਰਸਟ ਕਰੋ ਤੁਸੀਂ।
ਅਸੀਂ ਇਹਨਾਂ ਨੂੰ ਲੈ ਕੇ ਜਾ ਰਹੇ ਆ ਤੇ ਅਸੀਂ ਜਿੰਨੇ ਦਿਨ ਤੱਕ ਰਾਜੀਨਾਮਾ ਨਹੀਂ ਹੁੰਦਾ ਉਹਨੇ ਦਿਨ ਤੱਕ ਇਹ ਸਾਡੀ ਹਿਫਾਜ਼ਤ ਵਾਸਤੇ ਖੜਿਆ ਵਾ ਕਿ ਇੱਕ ਦਿਨ ਅਸੀਂ ਗਏ ਉੱਥੇ ਚੌਂਕੀ ਉਦੋਂ ਵੀ ਇਹਨਾਂ ਨੇ ਕਹਿੰਦੇ ਇਹ ਉਹਨਾਂ ਨੂੰ ਹਿਫਾਜ਼ਤ ਵਾਸਤੇ ਰੱਖਿਆ, ਦੂਜੇ ਦਿਨ ਫੇਰ ਗਏ 27 ਤਰੀਕ ਤੋਂ ਲੈ ਕੇ ਤੇ 29 ਤਰੀਕ ਨੂੰ ਇਹਨਾਂ ਨੇ ਪੇਸ਼ ਕੀਤਾ। 24 ਘੰਟੇ ਵੱਧ ਬੰਦਾ ਕੋਈ ਚੌਂਕੀ ਵਿੱਚ ਨਹੀਂ ਰੱਖਦੇ ਹੈਗੇ। ਇਹਨਾਂ ਧੋਖਾ ਧੜੀ 'ਚ ਰੱਖ ਕੇ ਤੇ ਬਾਅਦ ਵਿੱਚ ਮੇਰੇ ਹਸਬੰਡ ਤੇ ਕਹਿਤਾ ਕਿ 307 ਦਾ ਪਰਚਾ, ਪਹਿਲਾਂ ਕਹਿੰਦੇ ਕੋਈ ਗੋਲੀ ਵੀ ਨਹੀਂ ਚੱਲੀ। ਕਿਸ ਤਰ੍ਹਾਂ ਤੁਸੀਂ ਦੱਸੋ, ਇਹ ਕੋਈ ਇਨਸਾਫ ਹੋਇਆ ਨਾ? ਇਹ ਪੁਲਿਸ ਵੀ ਧੱਕਾ ਹੀ ਕਰ ਰਹੀ ਨਾ ਸਾਡੇ ਨਾਲ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਹਸਬੰਡ ਤੇ ਕਿਸ ਚੱਕਰ ਵਿੱਚ ਪਰਚਾ ਕੀਤਾ ਗਿਆ ਜਦੋਂ ਉਹ ਤੇ ਛਡਾਉਂਦੇ ਪਏ ਹਰਦੇਵ ਭਾਜੀ ਦੇ ਗੋਲੀ ਲੱਗੀ, ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਤੇ ਅੰਕਲ ਹੁਣੀ ਜਿਹੜੇ ਜਿਨ੍ਹਾਂ ਵੱਲ ਜਿੱਥੇ ਝਗੜਾ ਹੋਇਆ ਵਾ ਉਹਨਾਂ ਦੇ ਮੇਰੇ ਹਸਬੰਡ ਦੇ ਸਿਰ ਸੱਟਾਂ ਵੀ ਲੱਗੀਆਂ, ਜੇਲ੍ਹ 'ਚ ਪਿੱਛੇ ਮੈਡੀਸਿਨ ਪਹੁੰਚਾਉਂਦੇ ਪਏ ਆ। 307 ਕਿੱਦਾਂ ਲਗਾ ਪਤਾ ਹੀ ਨਹੀਂ ਹੈ ਤੇ ਇਹਨਾਂ ਨੂੰ ਪਤਾ, ਉਹ ਸਾਨੂੰ ਤੇ ਕਹਿੰਦੇ ਪਏ ਸੀ ਕਿ ਅਸੀਂ ਜਿਹੜੇ ਤੁਹਾਡੇ ਹਸਬੰਡ ਆ ਉਹਨਾਂ ਨੂੰ ਬਸ ਇਸ ਕਰਕੇ ਰੱਖਿਆ ਹੈ ਵੀ ਇਹਨਾਂ ਨੇ ਕੋਈ ਇਹਨਾਂ ਦੀ ਹਿਫਾਜ਼ਤ ਵਾਸਤੇ ਹੀ ਰੱਖਿਆ ਹੋਇਆ, ਇਹਨਾਂ ਨੂੰ ਕੋਈ ਸੱਟ ਪੇਟ ਨਾ ਲਾ ਦੇ। ਫਿਰ ਅਗਲੇ ਦਿਨ ਮੈਂ ਜਾ ਕੇ ਇਹ ਵੀ ਕਿਹਾ, ਮੈਂ ਕਿਹਾ ਇਹਨਾਂ ਦੇ ਖੂਨ ਵਗਦਾ ਗਿਆ, ਇਹਨਾਂ ਦੇ ਤੁਸੀਂ ਡਰੈਸਿੰਗ ਕਿਉਂ ਨਹੀਂ ਕਰਵਾਉਂਦੇ ਪਏ? ਭੈਣ ਜੀ ਅਸੀਂ ਕਰਵਾਉਂਦੇ ਆ, ਸਾਡਾ ਬੱਚਾ ਵਾ, ਸਾਡੇ ਬੱਚਿਆਂ ਵਰਗਾ, ਇਹ ਹਿਫਾਜ਼ਤ ਕਰਦੇ ਇਹ ਲੋਕ ਸਾਡੀ। ਪੁਲਿਸ ਨੂੰ ਧੱਕਾ ਕੀਤਾ ਜਾ ਰਿਹਾ ਧੱਕਾ ਕੀਤਾ ਜਾ ਰਿਹਾ ਪੁਲਿਸ ਨੂੰ ਪੱਕਾ ਹੀ। ਵੇਖੋ 24 ਘੰਟੇ ਤੋਂ ਬਾਅਦ ਚੌਂਕ ਇਹ ਭਾਜੀ ਵੀ ਉੱਥੇ ਗਏ ਉਸ ਦਿਨ, ਬ੍ਰਦਰ ਮੇਰਾ ਵੀ ਗਿਆ ਵਾ। ਨਹੀਂ ਜੀ ਅਸੀਂ ਮੰਮੀ ਉਹਨਾਂ ਦੇ ਗਏ ਆ, ਭਾਜੀ ਗਏ, ਸਾਰਿਆਂ ਨੂੰ ਇਹ ਕਿਹਾ ਅਸੀਂ ਆਪਣੇ ਬੱਚਿਆਂ ਵਾਂਗੂ ਇਹਨਾਂ ਨੂੰ ਰੱਖਿਆ ਹੋਇਆ ਵਾ। ਮੰਗ ਇਹੀ ਕਰਦੀ ਕਿ ਇਹਨਾਂ ਦਾ ਪਰਚਾ ਰੱਦ ਕੀਤਾ ਜਾਵੇ, ਜਿਹੜੀ ਸਾਡੇ ਨਾਲ ਧੱਕਾ ਹੋਇਆ ਸਾਨੂੰ ਇਨਸਾਫ ਮਿਲੇ। ਨਹੀਂ ਰੱਦ ਕੀਤਾ ਜਾਂਦਾ, ਅਗਸਤ ਨਹੀਂ ਰੱਦ ਕੀਤਾ ਜਾਂਦਾ ਫਿਰ ਆਪਾਂ ਪੂਰੇ ਪੰਜਾਬ ਦੇ ਵਿੱਚ ਆਪਾਂ ਫੌਜੀ ਜਿੰਨੇ ਵੀ ਸਾਡੇ ਪੀਐਸਓ ਭਰਾ ਨੇ ਸਾਡੇ। ਦੇਖੋ ਭਾਜੀ ਅਸੀਂ ਤੇ ਉਹਨਾਂ ਦੇ ਇਹ ਆਰਮੀ 'ਚ ਮੇਰੇ ਹਸਬੰਡ ਜੌਬ ਕਰਦੇ ਸੀ, ਅਸੀਂ ਤੇ ਉਹਨਾਂ ਦੇ ਕਹਿਣ ਤੇ ਮੰਨ ਲਓ ਇਹ ਤੇ ਮਾਲਕ ਹੀ ਨਾ ਜਿਹੜੇ ਬਤਰਾ ਫੈਮਿਲੀ ਜਿਹੜੀ ਉਹਨਾਂ ਦਾ ਝਗੜਾ ਹੋਇਆ ਵਾ। ਇੱਧਰ ਅੰਕਲ ਜਿਹੜੇ ਢੀਂਗਰਾ ਪਰਿਵਾਰ ਜਿਹੜੇ ਕਨਵਰ ਸਰ ਜਿਹੜੇ ਆ ਉਹਨਾਂ ਕੋਲ ਇਹ ਜੌਬ ਕਰਦੇ ਸੀ, ਉਹਨਾਂ ਦੇ ਕਹਿਣ ਤੇ ਮੰਨ ਲਓ ਉਹਨਾਂ ਦੀ ਲੜਾਈ ਹੈ ਤੇ ਇਹ ਥੋੜਾ ਕਿ ਸਾਡੇ ਬੰਦਿਆਂ ਨੂੰ ਅੰਦਰ ਸੁੱਟ ਦੇਣਗੇ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ। ਅੰਕਲ ਨੇ ਮੈਨੂੰ ਇਹੋ ਗੱਲ ਕਹਿੰਦੇ ਰਹੇ, ਅਸੀਂ 6 ਗੋਲੀਆਂ ਪੂਰੀਆਂ ਉਹਨਾਂ ਦੇ ਰਿਵਾਲਵਰ ਵਿੱਚ ਕੋਈ ਫਾਇਰ ਨਹੀਂ ਨਿਕਲਿਆ ਹੈਗਾ। ਸਾਡੇ ਕੋਲ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਜਿਹਦੇ ਵਿੱਚ ਪੁਲਿਸ ਦੇ ਹੁੰਦਿਆਂ ਉਹ ਜੈਮਲ ਸਿੰਘ ਦੀ ਤੇ ਮੇਰਾ ਨਾਮ ਤੇਜਵੀਰ ਸਿੰਘ ਹੈ ਜੀ, ਮੇਰੇ ਬ੍ਰਦਰ ਨੇ ਜੈਮਲ ਸਿੰਘ। ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਜੀ ਜਿਹਦੇ ਵਿੱਚ ਪੁਲਿਸ ਦੇ ਹੁੰਦਿਆਂ ਹੋਇਆਂ ਜੈਮਲ ਸਿੰਘ ਤੇ ਹਰਦੇਵ ਸਿੰਘ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਬਕਾਇਦਾ। ਹਾਂਜੀ ਮੈਂ ਤੁਹਾਨੂੰ ਹੁਣੇ ਦਿਖਾ ਸਕਦਾ ਜੀ। ਉਹਦੇ ਵਿੱਚ ਜੈਮਲ ਸਿੰਘ ਨੂੰ ਤੇ ਹਰਦੇਵ ਸਿੰਘ ਨੂੰ ਨੀਚੇ ਸੁੱਟ ਕੇ ਉਹਨਾਂ ਨੂੰ ਲੱਤਾਂ ਨਾਲ 10-12 ਬੰਦਿਆਂ ਦੇ ਦੁਆਰਾ ਕੁੱਟਿਆ ਜਾ ਰਿਹਾ ਵਾ, ਜਦ ਕਿ ਕੋਲ ਵੀ ਪੀਸੀਆਰ ਵਾਲੇ ਉਸ ਟਾਈਮ ਮੌਜੂਦ ਸੀ। ਉਹਨਾਂ ਦੇ ਹੁੰਦਿਆਂ ਹੋਇਆਂ ਸਾਰੀ ਕਾਰਵਾਈ ਹੋਈ ਹੈ। ਪੀਸੀਆਰ ਵਾਲਿਆਂ ਨੇ ਉਹਨਾਂ ਦੇ ਸਰਵਿਸ ਰਿਵਾਲਵਰ ਜੋ ਪਹਿਲਾਂ ਫੜ ਲਏ ਹੋਏ ਸੀ ਤੇ ਫਿਰ ਗੋਲੀ ਕਿਸ ਤਰ੍ਹਾਂ ਚੱਲ ਗਈ? ਜੇ ਉਹਨਾਂ ਦੇ ਗੋਲੀ ਲੱਗੀ ਆ, ਗੋਲੀ ਹਰਦੇਵ ਸਿੰਘ ਦੇ ਵੀ ਲੱਗੀ ਆ ਤੇ ਗੋਲੀ ਜੇ ਹਰਦੇਵ ਸਿੰਘ ਦੇ ਲੱਗੀ ਹੈ ਤੇ ਫਿਰ ਉਹਨਾਂ ਤੇ 307 ਦਾ ਪਰਚਾ ਕਿਉਂ ਨਹੀਂ ਦਿੱਤਾ ਗਿਆ? ਇਹਨਾਂ ਤੇ ਕਿਉਂ 307 ਦਾ ਪਰਚਾ ਦਿੱਤਾ ਗਿਆ? ਮੰਗ ਸਾਡੀ ਇਹੀ ਹੈ ਜੀ, ਇਹਨਾਂ ਦੇ ਪਰਚੇ ਰੱਦ ਕੀਤੇ ਜਾਣ। ਇਹਨਾਂ ਦੇ ਗੋਲੀ ਲੱਗੀ ਹੈ ਹਰਦੇਵ ਸਿੰਘ ਦੇ ਤੇ ਇਹਨਾਂ ਵੱਲੋਂ ਉਹਨਾਂ ਤੇ ਵੀ 307 ਦਾ ਪਰਚਾ ਹੋਣਾ ਚਾਹੀਦਾ ਵਾ। ਹਾਂਜੀ ਭਾਈ ਪੱਲੀ ਸਾਹਿਬ ਨਾਲ ਗੱਲ ਵੇਖੋ ਵੀਰ ਜੀ, ਬੋਲੋ। ਹਾਂਜੀ ਸਰ ਪਹਿਲਾਂ ਆਪਣਾ ਨਾਮ ਦੱਸ ਜੀ। ਮੈਂ ਐਕਸ ਹੌਲਦਾਰ ਤਜਿੰਦਰ ਸਿੰਘ, ਇੰਜੀਨੀਅਰ ਰੈਜੀਮੈਂਟ ਤੋਂ ਰਿਟਾਇਰਡ। ਦੇਖੋ ਵੀਰ ਜੀ ਆਹੀ ਨਾ ਇੱਥੇ ਅੱਜ ਇਕੱਠ ਜੋ ਕੀਤਾ ਇੰਡੀਅਨ ਵੈਟਰਨ ਆਰਗੇਨਾਈਜੇਸ਼ਨ, ਨੈਸ਼ਨਲ ਵੈਟਰਨ ਆਰਗੇਨਾਈਜੇਸ਼ਨ ਔਰ ਪੀਐਸਓ ਮਹਿਕਮਾ ਸਾਰਾ ਗਰੁੱਪ 50% ਸਿਵਲੀਅਨ ਇਹਦੇ ਵਿੱਚ 50% ਅਸੀਂ ਐਕਸ ਸਰਵਿਸਮੈਨ ਸਰਵਿਸ ਕਰ ਰਹੇ ਹਾਂ ਜੀ। ਇਹ ਪੂਰਾ ਦਾ ਪੂਰਾ ਇਕੱਠ ਅਸੀਂ ਚਟਾਨ ਬਣ ਕੇ ਇਹੋ ਜਿਹੇ ਵੀਰਾਂ ਦੇ ਪਿੱਛੇ ਖੜੇ ਹਾਂ। ਜੇ ਕਿਸੇ ਨਾਲ ਵੀ ਕੋਈ ਨਜਾਇਜ਼ ਹੋਏਗੀ ਅਸੀਂ ਇਹਨਾਂ ਦੇ ਨਾਲ ਕੰਧ ਬਣ ਕੇ ਖੜੇ ਹਾਂ। ਕੀ ਕਾਰਨ ਕੀ ਹੈ ਜੀ ਅੱਜ? ਇਹ ਕਾਰਨ ਇਹ ਆ ਜੀ, ਇਹਨਾਂ ਦਾ ਆਪਸ ਵਿੱਚ ਮਾਲਕਾਂ ਦਾ ਜੋ ਝਗੜਾ ਸੀਗਾ ਉਹਦੇ ਵਿੱਚ ਪੀਐਸਓ ਨੂੰ ਬਿਨਾਂ ਵਜ੍ਹਾ ਹੀ ਕੁੱਟਮਾਰ ਕੀਤੀ ਆ, ਧੱਕੇਸ਼ਾਹੀ ਕੀਤੀ, ਕੁੱਟਿਆ। ਇੱਕ ਦੇ ਆ ਕੇ ਗੈਂਗਸਟਰ ਪੂਰੇ ਗੈਂਗਸਟਰ ਇਕੱਠੇ ਕਰਕੇ ਆਪਣੇ ਇਹਨਾਂ ਦੇ ਘਰ ਪੈ ਗਏ ਆ। ਉਲਟਾ ਇਹਨਾਂ ਦੋਨੋਂ ਪੀਐਸਓ ਨੂੰ, ਇੱਕ ਪੀਐਸਓ ਜੇਲ੍ਹ 'ਚ ਸੱਟਾਂ ਲੱਗਣ ਦੇ ਬਾਵਜੂਦ ਜੇਲ੍ਹ 'ਚ ਭੇਜ ਦਿੱਤਾ ਗਿਆ ਔਰ ਦੂਸਰੇ ਪੀਐਸਓ ਨੂੰ ਜੇਲ੍ਹ 'ਚ ਭੇਜਣ ਦੀ ਤਿਆਰੀ ਕਰਕੇ ਬੈਠੇ ਆ। ਕਾਰਨ ਕੀ ਹੈ ਜੀ ਜੇਲ੍ਹ ਭੇਜਣ ਦਾ? ਜੀ ਗੋਲੀਆਂ ਉਹਨਾਂ ਨੇ ਇਹਨਾਂ ਦੇ ਉੱਪਰ ਹਮਲਾ ਕਰਕੇ ਗੋਲੀ ਖੁਦ ਚਲਾਈ, ਇਹਨਾਂ ਨੂੰ ਕੁੱਟਿਆ, ਮਾਰਿਆ। ਉਹਦੇ ਪੱਟ ਦੇ ਗੋਲੀ ਸਾਫ਼ ਦਿਖਾਈ ਦੇ ਰਹੀ ਆ, ਜੋ ਕਿ ਡਾਕਟਰ ਸਾਹਿਬ ਹੋਣਾ ਨੇ ਅਜੇ ਤੱਕ ਕੋਈ ਇਹੋ ਜਿਹਾ ਬਿਆਨ ਨਹੀਂ ਕੀਤਾ ਕਿ ਕੋਈ MLR ਦਰਜ ਨਹੀਂ ਕੀਤੀ ਵੀ ਇਹ ਬੰਦਾ 307 ਇਹਦਾ ਪਰਚਾ ਲੱਗਣਾ ਚਾਹੀਦਾ ਹੈ। ਅਜੇ ਤੱਕ ਕੋਈ ਇਹਨਾਂ ਡਿਲੇ ਕਿਉਂ ਹੋ ਰਿਹਾ ਵਾ? ਅਸੀਂ ਇਸੇ ਰੋਸ ਪ੍ਰਦਰਸ਼ਨ ਵਾਸਤੇ ਇੱਥੇ ਸਾਰੇ ਇਕੱਠੇ ਹੋਏ ਆ। ਅਗਰ ਅਜੇ ਵੀ ਇਹ ਸੁਣਵਾਈ ਨਾ ਹੋਈ ਤੇ ਅਸੀਂ ਫੁੱਲ ਪੂਰਾ ਰੋਡ ਅੰਮ੍ਰਿਤਸਰ ਦਾ ਜਾਮ ਕਰਾਂਗੇ, ਧਰਨਾ ਕਰਾਂਗੇ। ਗੋਲੀ ਚੱਲੀ ਹੈ ਬੱਤਾ ਪਾਰਟੀ ਵੱਲੋਂ, ਗੈਂਗਸਟਰ ਇਹਨਾਂ ਪੂਰਿਆਂ ਨੇ ਗੋਲੀ ਚਲਾਈ ਆ, ਪੂਰਾ ਇਹਨਾਂ ਨੂੰ ਕੁੱਟਿਆ। CCTV ਵੀਡੀਓਜ਼ ਇਹ ਸਾਰੀਆਂ ਫੋਟੋਜ਼ ਵੀਡੀਓ ਸਾਹਮਣੇ ਆਈਆਂ ਨੇ, ਇਹ ਸਾਰਾ ਕੁਝ ਸਾਫ਼ ਦਿਖਾਈ ਦੇ ਰਿਹਾ। ਉਹਨਾਂ ਗੋਲੀ ਚਲਾਉਂਦੇ ਹੋਏ ਦਿਖਾਈ ਦੇ ਰਹੇ ਆ। ਉਹ ਘੱਟੋ ਘੱਟ 15 ਤੋਂ 20 ਜਾਣਿਆਂ ਨੇ ਇਹਨਾਂ ਦੇ ਉੱਤੇ ਤਲਵਾਰਾਂ, ਦਾਤਰਾਂ, ਕਿਰਚਾਂ ਨਾਲ ਹਮਲਾ ਕੀਤਾ।
ਇਹ 2 ਪੀਐਸਓ ਉੱਥੇ ਡਿਊਟੀ ਕਰ ਰਹੇ ਸੀ ਔਰ ਦੋਨਾਂ ਨਾਲ ਇਹਨਾਂ ਦੇ ਕੋਲ ਖੁਦ ਦਾ ਵੈਪਨ ਹੈ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਵੀ ਗੋਲੀ ਰਾਉਂਡ ਨਹੀਂ ਚੱਲਿਆ ਇਹਨਾਂ ਦੇ ਹੱਥੋਂ। ਪੁਲਿਸ ਨੇ ਪਰਚਾ ਕਾਹਦਾ ਦੇ ਦਿੱਤਾ ਜੀ? ਤੇ ਪੁਲਿਸ ਨੇ ਪਰਚਾ ਉਹੀ ਧੱਕੇਸ਼ਾਹੀ ਹੋ ਰਹੀ ਹੈ। ਦੋ ਜਣਿਆਂ ਨੂੰ ਗੋਲੀਆਂ ਲੱਗੀਆਂ, ਇਹਨਾਂ ਨੂੰ ਤਾਂ ਕੁੱਟ ਮਾਰ ਕੇ ਪਹਿਲੇ ਤੋਂ ਬੇਹੋਸ਼ ਕਰ ਦਿੱਤਾ ਔਰ ਉਤੋਂ ਕੁੱਟੀ ਕੇ ਫਿਰ ਗੋਲੀ ਕਿੱਥੋਂ ਚੱਲੀ ਇਹ ਨਹੀਂ ਪਤਾ ਚੱਲ ਰਿਹਾ ਕੋਈ ਵੀ। ਕੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਪੁਲਿਸ ਵੱਲੋਂ ਕੋਈ ਕਾਰਵਾਈ ਅਜੇ ਕੋਈ ਪਤਾ ਨਹੀਂ ਕੋਈ ਟੈਕਨੀਕਲ ਪੋਲੀਟਿਕਸ ਦਬਾਅ ਦੇ ਵਿੱਚ ਆ, ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਦੇ ਬੰਦੇ 325 ਲਗਾ ਕੇ ਛੱਡ ਵੀ ਦਿੱਤੇ ਗਏ ਆ, ਜੋ ਕਿ ਨਿਰਦੋਸ਼ ਬੰਦੇ ਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ। ਹੁਣ ਤੁਹਾਡੀ ਮੇਨ ਮੰਗ ਕੀ ਹੈ? ਸਾਡੀ ਮੇਨ ਮੰਗ ਕੀ ਆ ਕਿ ਜੈਮਲ ਸਿੰਘ ਦਾ ਪਰਚਾ ਰੱਦ ਕੀਤਾ ਜਾਵੇ ਔਰ ਹਰਦੇਵ ਸਿੰਘ ਨੂੰ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਔਰ ਜੈਮਲ ਸਿੰਘ ਨੂੰ ਨਜਾਇਜ਼ ਜੇਲ੍ਹ ਦੇ ਵਿੱਚ ਧੱਕਿਆ ਗਿਆ ਹੈ, ਉਹਦਾ ਪਰਚਾ ਰੱਦ ਕਰਕੇ ਉਹਨੂੰ ਬਹਾਲ ਕੀਤਾ ਜਾਵੇ। ਨਹੀਂ ਰੱਦ ਕੀਤਾ ਜਾਂਦਾ, ਅਗਲਾ ਸਟੈਪ ਕੀ ਹੋਏਗਾ? ਅਗਲਾ ਸਟੈਪ ਸਾਡਾ ਅਸੀਂ ਫੁੱਲ ਜ਼ੋਰ ਨਾਲ ਪੂਰਾ ਇਕੱਠ ਕਰਾਂਗੇ, ਪੂਰੇ ਅੰਮ੍ਰਿਤਸਰ ਪੂਰੇ ਪੰਜਾਬ ਦੇ ਵਿੱਚੋਂ। ਆਹ ਵੇਖੋ ਜੀ ਇੱਧਰ ਪੂਰੇ ਪੰਜਾਬ ਦੇ ਵਿੱਚੋਂ ਇਕੱਠ ਕਰਾਂਗੇ, ਜਿਵੇਂ ਕਿ ਅਸੀਂ ਮੁਕਤਸਰ ਵਿੱਚ ਇਕੱਠ ਕੀਤਾ ਸੀ, ਫਿਰ ਉਸੇ ਤੌਰ ਤੇ ਪੂਰਾ ਇਕੱਠ ਕਰਾਂਗੇ। ਪੂਰਾ ਨੈਸ਼ਨਲ ਵੈਟਰਨ ਇਹਨਾਂ ਦੇ ਨਾਲ ਖੜਾ ਆ, ਪੂਰਾ ਪੀਐਸਓ ਗਰੁੱਪ ਇਹਨਾਂ ਦੇ ਨਾਲ ਖੜਾ ਆ। ਅਸੀਂ ਇਹਨਾਂ ਦੇ ਨਾਲ ਨਜਾਇਜ਼ ਨਹੀਂ ਹੋਣ ਦੇਵਾਂਗੇ। ਇਹ ਪਰਚਾ ਜਿਹੜਾ ਹੈ ਕਨਵਰ ਪਾਰਟੀ ਢਿੰਗਰਾ ਦੇ ਬਿਆਨ ਤੇ ਦਰਜ ਹੋਇਆ FIR, ਠੀਕ ਹੈ ਜੀ। ਇਹਦੇ ਵਿੱਚ ਕ੍ਰਾਸ ਕੇਸ ਹੋਇਆ, ਕ੍ਰਾਸ ਦੇ 307 ਵਿੱਚ ਹੋਇਆ। ਪਰਮਜੀਤ ਬਤਰਾ ਤੇ ਉਹਦੇ ਲੜਕੇ ਤੇ ਗੋਲੀਆਂ ਲੱਗੀਆਂ ਸੀਗੀਆਂ ਜੀ। ਉਹਨਾਂ ਦੇ ਕਹਿਣ ਮੁਤਾਬਿਕ ਗੋਲੀ ਜਿਹੜੀ ਆ ਹਰਦੇਵ ਸਿੰਘ ਵੱਲੋਂ ਚਲਾਈ ਗਈ ਆ। ਇਹਨਾਂ ਕੋਲ ਢਿੰਗਰੇ ਕੋਲ ਕਨਵਰਪਾਲ ਢਿੰਗਰੇ ਕੋਲ 2 ਬਾਉਂਸਰ ਰੱਖੇ ਸੀ ਇਹਨਾਂ ਦੇ ਆਪਣੇ ਸਿਕਿਉਰਿਟੀ ਗਾਰਡ, ਉਹਨਾਂ ਵੱਲੋਂ ਗੋਲੀ ਚਲਾਈ ਗਈ ਸੀ, ਜਿਹਦੇ ਵਿੱਚ ਹਰਦੇਵ ਸਿੰਘ ਵੀ ਜ਼ਖਮੀ ਹੈ। ਹਰਦੇਵ ਦਾ ਪਰਿਵਾਰ ਕਹਿ ਰਿਹਾ ਕਿ ਉਹਨਾਂ ਨੂੰ ਗੋਲੀ ਲੱਗੀ, ਜਦਕਿ ਉਹਨਾਂ ਦੇ ਪਰਚੇ ਵਿੱਚ ਧਾਰਾ ਜਿਹੜੀ ਕ੍ਰਾਸ ਪਰਚੇ ਦੀ ਗੱਲ ਕਰਦੇ ਹੋ, ਧਾਰਾ 300 ਜਿਹੜੀ 7 ਲੱਗੀ ਨਹੀਂ ਲੱਗੀ ਉਹਨਾਂ ਦੀ, ਇੱਕੋ ਤਰਫਾ 307 ਧਾਰਾ ਲੱਗੀ, ਜਦਕਿ ਗੋਲੀ ਦੇ ਦੋਵੇਂ ਪਾਸੇ ਚੱਲੇ। ਹੁਣ ਤੱਕ ਜੀ ਹਰਦੇਵ ਸਿੰਘ ਦੀ ਮੈਡੀਕਲ ਰਿਪੋਰਟ ਸਾਡੇ ਕੋਲ ਮਸੂਲ ਨਹੀਂ ਹੋਈ। ਡਾਕਟਰ ਨੇ ਉਹਦੇ ਵਿੱਚ ਆਪਣੀ ਓਪੀਨੀਅਨ ਦਿੱਤੀ ਵੀ ਇਹ ਕਿਹੜੇ ਵੈਪਨ ਨਾਲ ਜਿਹੜਾ ਇਹ 'ਤੇ ਫਾਇਰ ਹੋਇਆ ਜਾਂ ਜ਼ਖਮੀ ਹੋਇਆ। ਫਿਰ ਤੁਹਾਡੀ ਮੁੱਢਲੀ ਤਫਤੀਸ਼ ਕੀ ਸਾਹਮਣੇ ਆਇਆ? ਮੁੱਢਲੀ ਤਫਤੀਸ਼ ਹੁਣ ਤੱਕ ਜਿਹੜੀ ਆ ਹਰਦੇਵ ਸਿੰਘ ਵੀ ਜ਼ਖਮੀ ਹੈ, ਇਹਦੇ ਨਾਲ ਦਾ ਜਿਹੜਾ ਸੀ ਦੂਸਰਾ ਜੈਮਲ ਸਿੰਘ, ਉਹ ਮੌਕੇ ਤੋਂ ਫੜਿਆ ਗਿਆ ਸੀ, ਉਹਦੀ ਗ੍ਰਿਫਤਾਰੀ ਪਾ ਕੇ 307 ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਦੂਸਰੇ ਪਾਸੇ ਉਹ ਪਰਮਜੀਤ ਬਤਰਾ, ਉਹਦਾ ਬੇਟਾ ਤੇ ਇੱਕ ਲੜਕਾ ਹੋਰ ਸੀਗਾ। ਇਹ 3 ਬੰਦੇ ਜਿਹੜੇ ਦੂਸਰੇ ਕ੍ਰਾਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ। ਹਰਦੇਵ ਸਿੰਘ ਦੀ ਹੁਣ ਤੱਕ ਦੀ ਮੈਡੀਕਲ ਰਿਪੋਰਟ, ਡਾਕਟਰ ਵੱਲੋਂ ਜੋ ਵੀ ਰਿਪੋਰਟ ਦਿੱਤੀ ਹੈਗੀ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ। ਬਿਆਨ ਹੋ ਗਿਆ ਹਰਦੇਵ ਸਿੰਘ? ਨਹੀਂ ਜੀ। ਤੇ ਪੁਲਿਸ ਤੇ ਕਿਉਂ ਇੱਕ ਤਰਫਾ ਕਾਰਵਾਈ ਦਾ ਕਿਉਂ ਆਰੋਪ ਲੱਗ ਰਿਹਾ ਹੈ? ਆਰੋਪ ਲਾਉਣਾ ਲੋਕਾਂ ਦੀ ਅਹਿਮੀਅਤ ਹੈ ਜੀ, ਇਹ ਤਾਂ ਹਰ ਕੋਈ ਕਿਸੇ ਨੂੰ ਲਾ ਸਕਦਾ, ਲੇਕਿਨ ਸਾਡੇ ਵੱਲੋਂ ਤਫਤੀਸ਼ ਜਿਹੜੀ ਨਿਰਪੱਖ ਹੋ ਕੇ ਕੀਤੀ ਜਾ ਰਹੀ ਆ। ਜਦੋਂ ਵੀ ਹਰਦੇਵ ਸਿੰਘ ਦੀ ਮੈਡੀਕਲ ਰਿਪੋਰਟ ਤੇ ਓਪੀਨੀਅਨ ਡਾਕਟਰ ਦੇ ਦੇਣਗੇ, ਅਸੀਂ ਬਣਦੀ ਕਾਰਵਾਈ ਕਰ ਦੇਵਾਂਗੇ।